Good morning, students. Welcome to your online mathematics class. This is lecture number 30 and exercise 1C. So, first of all, its first definition is subsets. Let A and B be two sets. The set A is said to be subset of set B if every element of A is also element of B. ਸੋ ਕਿਸੇ ਸੈੱਟ A ਨੂੰ ਅਸੀਂ B ਦਾ ਸਬਸੈਟ ਉਦੋਂ ਕਵਾਂਗੇ ਜਦੋਂ A ਸੈੱਟ ਦੇ ਹਰੇਕ ਐਲੀਮੈਂਟ ਜੋ ਉਹ B ਸੈੱਟ ਦਾ ਵੀ ਐਲੀਮੈਂਟ ਹੋਏਗਾ। ਫੋਰ ਐਗਜ਼ਾਮਪਲ ਸਾਡੇ ਕੋਲ ਸੈੱਟ A ਐਂਡ ਸੈੱਟ B ਹੈ। ਸੋ ਅਸੀਂ ਕਹਾਂਗੇ ਕਿ ਸੈੱਟ A ਦੇ ਜੋ ਐਲੀਮੈਂਟ ਹੈ ਉਹ ਸੈੱਟ B ਦੇ ਵਿੱਚ ਕੰਟੇਨ ਕਰ ਰਹੇ ਆ। ਸੋ ਅਸੀਂ ਬੋਲਾਂਗੇ A ਇਜ਼ ਸਬਸੈਟ ਆਫ B। ਇਹ ਸਬਸੈਟ ਦਾ ਸਾਈਨ ਹੁੰਦਾ। ਐਂਡ ਜੇ ਅਸੀਂ ਕਹਿਣਾ ਹੋਵੇ ਕਿ B A ਦਾ ਕੀ ਲੱਗ ਰਿਹਾ ਜਾਂ ਇਹਨਾਂ ਦਾ ਕੀ ਰਿਲੇਸ਼ਨ ਹੈ, ਸੋ ਅਸੀਂ ਬੋਲਾਂਗੇ B ਇਜ਼ ਸੁਪਰ ਸੈੱਟ ਆਫ A। ਸੁਪਰ ਸੈੱਟ ਦਾ A ਵਾਲਾ ਸਾਈਨ ਹੁੰਦਾ, ਸਬਸੈਟ ਦਾ A ਵਾਲਾ ਸਾਈਨ ਹੁੰਦਾ। ਇਸ ਦੇ ਕੀ ਪੁਆਇੰਟ ਯਾਦ ਰੱਖਣੇ ਆ। ਐਵਰੀ ਸੈੱਟ ਇਜ਼ ਸਬਸੈਟ ਆਫ ਇਟ ਸੈਲਫ। ਹਰੇਕ ਸੈੱਟ ਆਪਣੇ ਆਪ ਦਾ ਸਬਸੈਟ ਜ਼ਰੂਰ ਹੁੰਦਾ, ਮੀਨਸ ਆਪਣੇ ਆਪ ਦੇ ਵਿੱਚ ਕੰਟੇਨ ਕਰ ਰਿਹਾ ਹੁੰਦਾ ਉਹ। ਦੈਟ ਇਜ਼ A ਸਬਸੈਟ ਆਫ A ਫॉर ऑल A। ਐਂਡ ਨਾਲ ਸੈੱਟ ਜੋ ਹੈ ਫਾਈ ਆਪਣਾ ਉਹ ਵੀ ਸਬਸੈਟ ਹੁੰਦਾ ਹਰੇਕ ਸੈੱਟ ਦਾ, ਮੀਨਸ ਫਾਈ ਵੀ ਕੰਟੇਨ ਕਰ ਰਿਹਾ ਹੁੰਦਾ ਹਰੇਕ ਸੈੱਟ ਦੇ ਵਿੱਚ। Next definition, comparable sets. Two sets said to be comparable if and only if either A contained in B or B contained in A. ਦੋ ਸੈਟਸ ਨੂੰ ਕੰਪੇਰੇਬਲ ਉਦੋਂ ਹੀ ਕਹਿ ਸਕਦੇ ਹਾਂ ਜਦੋਂ A B ਦੇ ਵਿੱਚ ਕੰਟੇਨ ਕਰ ਰਿਹਾ ਔਰ B A ਦੇ ਵਿੱਚ ਕੰਟੇਨ ਕਰ ਰਿਹਾ। ਕਹਿਣ ਦਾ ਮਤਲਬ A ਐਂਡ B ਦੋਨੋਂ ਇਕੁਅਲ ਸੈੱਟ ਹੋਣਗੇ ਤਾਂ ਹੀ ਇਹਨਾਂ ਨੂੰ ਕੰਪੇਰੇਬਲ ਸੈੱਟ ਕਹਿ ਸਕਾਂਗੇ। ਨੈਕਸਟ ਇਜ਼ ਸਾਡੇ ਕੋਲ ਹੈ ਪਾਵਰ ਸੈੱਟ। ਦ ਕਲੈਕਸ਼ਨ ਆਫ ਆਲ ਪੋਸੀਬਲ ਸਬਸੈਟਸ ਆਫ ਗਿਵਨ ਸੈੱਟ A ਇਜ਼ ਕਾਲਡ ਪਾਵਰ ਸੈੱਟ ਆਫ A। ਕੋਈ ਸੈੱਟ ਸਾਨੂੰ ਇਹ ਦਿੱਤਾ ਹੋਇਆ ABC ਇਸ ਦੇ ਐਲੀਮੈਂਟਸ ਨੇ। ਜੇ ਅਸੀਂ ਇਸ ਦਾ ਪਾਵਰ ਸੈੱਟ PA ਬਣਾਉਣਾ ਹੋਵੇ ਤਾਂ ਕੀ ਬਣਾਵਾਂਗੇ? ਇੱਕ ਤਾਂ ਫਾਈ ਬਣਾਵਾਂਗੇ ਬਿਕੋਜ਼ ਸਾਨੂੰ ਪਤਾ ਹੈ ਕਿ ਫਾਈ ਹਰੇਕ ਦਾ ਸਬਸੈਟ ਹੁੰਦਾ। ਐਂਡ ਇੱਕ ਸਭ ਤੋਂ ਪਹਿਲਾਂ A ਨੂੰ ਲਿਖਾਂਗੇ ਸੈੱਟ ਬਣਾ ਕੇ, B ਹੋਏਗਾ, C ਹੋਏਗਾ, ਦੈਨ AB ਇਕੱਠੇ ਲਿਖਾਂਗੇ, BC ਲਿਖਾਂਗੇ, AC ਲਿਖਾਂਗੇ, ਦੈਨ ABC ਲਿਖਾਂਗੇ। ਐਂਡ ਇਹ ਸਾਰੇ ਸੈੱਟਸ ਸਾਡੇ ਕੋਲ ਸਬਸੈਟ ਹੋਣਗੇ ਅੰਡਰ ਸੈੱਟ ਪਾਵਰ A। ਨੈਕਸਟ ਡੈਫੀਨੀਸ਼ਨ ਹੈ ਯੂਨੀਵਰਸਲ ਸੈੱਟ। ਯੂਨੀਵਰਸਲ ਸੈੱਟ ਕੀ ਹੁੰਦਾ ਹੈ ਜੀ? ਲੈਟ ਆਪਣਾ ਯੂਨੀਵਰਸ ਹੈ ਜੋ ਪੂਰਾ ਦਾ ਪੂਰਾ ਆਪਣਾ ਵਰਲਡ ਹੈ, ਠੀਕ ਹੈ। ਐਂਡ ਇਸ ਨੂੰ ਅਸੀਂ ਯੂਨੀਵਰਸਲ ਸੈੱਟ ਲੈ ਕੇ ਚੱਲ ਸਕਦੇ ਹਾਂ। ਐਂਡ ਬਾਕੀ ਜੋ ਇੱਥੇ ਸਾਰੇ ਆਪਣੀ ਕੰਟਰੀਜ਼ ਨੇ ਉਸ ਨੂੰ ਅਸੀਂ ਇਸ ਦੇ ਐਲੀਮੈਂਟਸ ਮੰਨ ਸਕਦੇ ਹਾਂ। ਸੋ ਯੂਨੀਵਰਸਲ ਸੈੱਟ ਉਹ ਸੈੱਟ ਹੁੰਦਾ ਹੈ ਜਿਸ ਦੇ ਵਿੱਚ ਸਾਰੇ ਦੇ ਸਾਰੇ ਐਲੀਮੈਂਟਸ ਐਗਜ਼ਿਸਟ ਕਰ ਰਹੇ ਹੁੰਦੇ ਆ। ਇਸ ਨੂੰ ਅਸੀਂ U, X ਔਰ E ਦੇ ਨਾਲ ਡਿਨੋਟ ਕਰ ਦਿੰਦੇ ਹਾਂ। ਸੋ ਇਸ ਦਾ ਫਰਸਟ ਸਮ ਹੈ ਦ ਸੈੱਟ ਆਫ ਡੋਗਸ ਇਜ਼ ਕੰਟੇਨਡ ਇਨ ਦ ਸੈੱਟ ਆਫ ਐਨੀਮਲਸ। ਅਸੀਂ ਸਟੇਟਮੈਂਟਸ ਨੂੰ ਟਰੂ ਜਾਂ ਫਾਲਸ ਦੱਸਣਾ ਜੀ। ਸੋ ਇਹ ਟਰੂ ਹੈ ਬਿਕੋਜ਼ ਡੋਗ ਜੋ ਇੱਕ ਐਨੀਮਲ ਹੈ ਇਹ ਸਾਰੇ ਸੈੱਟ ਆਫ ਐਨੀਮਲਸ ਦੇ ਵਿੱਚ ਕੰਟੇਨ ਕਰ ਰਿਹਾ, ਮੀਨਸ ਡੋਗ ਜੋ ਹੈ ਸਬਸੈਟ ਹੈ ਸੈੱਟ ਆਫ ਐਨੀਮਲਸ ਦਾ। ਸੋ ਇਹ ਟਰੂ ਹੋਇਆ। ਨੈਕਸਟ ਹੈ ਸੈੱਟ ਆਫ ਆਲ ਆਈਸੋਸਕੇਲਸ ਟ੍ਰਾਇੰਗਲ ਇਜ਼ ਕੰਟੇਨਡ ਇਨ ਸੈੱਟ ਆਫ ਆਲ ਇਕੁਇਲੇਟਰਲ ਟ੍ਰਾਇੰਗਲਸ। ਆਈਸੋਸਕੇਲਸ ਟ੍ਰਾਇੰਗਲਸ ਜਿਨ੍ਹਾਂ ਦੀਆਂ ਸਾਡੇ ਕੋਲ 2 ਸਾਈਡਸ ਇਕੁਅਲ ਹੁੰਦੀਆਂ ਐਂਡ ਇਕੁਇਲੇਟਰ ਦੇ ਵਿੱਚ 3 ਸਾਈਡਸ ਇਕੁਅਲ ਹੁੰਦੀਆਂ। ਸੋ ਇਹ ਫਾਲਸ ਹੋ ਗਿਆ ਬਿਕੋਜ਼ 2 ਸਾਈਡਸ ਵਿੱਚੋਂ ਇੱਕ ਸਾਈਡ ਤੱਕ ਨਹੀਂ ਨਾ ਇਕੁਅਲ ਹੋਏਗੀ, ਸੋ ਇਸ ਦਾ ਸਬਸੈਟ ਨਹੀਂ ਹੋਏਗਾ। ਦ ਸੈੱਟ ਆਫ ਆਲ ਰਿਕਟੈਂਗਲਸ ਇਜ਼ ਕੰਟੇਨਡ ਇਨ ਦ ਸੈੱਟ ਆਫ ਸਕੁਏਅਰਸ। ਇਹ ਵੀ ਫਾਲਸ ਹੈ ਸਾਡੇ ਕੋਲ ਬਿਕੋਜ਼ ਰਿਕਟੈਂਗਲ ਅਤੇ ਸਕੁਏਅਰ ਆਪਸ ਦੇ ਰਿਕਟੈਂਗਲ ਹੈ ਜੋ ਉਹ ਸਕੁਏਅਰ ਦੇ ਨਾਲ ਕੰਟੇਨ ਨਹੀਂ ਕਰ ਸਕਦੀ। ਫੋਰਥ ਪੁਆਇੰਟ ਦ ਸੈੱਟ A ਇਜ਼ ਇਕੁਅਲ ਟੂ 2 ਐਂਡ B ਇਜ਼ ਇਕੁਅਲ ਟੂ ਦਿਸ ਆਰ ਇਕੁਅਲ। ਇਹ ਫਾਲਸ ਹੈ ਜੀ ਬਿਕੋਜ਼ ਇਸ ਦਾ ਰੀਜ਼ਨ ਲਿਖਿਆ 2 ਬਿਲੋਂਗਸ ਟੂ A ਬਟ 2 ਡਜ਼ਨਟ ਬਿਲੋਂਗਸ ਟੂ B। ਕਹਿਣ ਦਾ ਮਤਲਬ ਜੋ 2 ਹੈ A ਸੈੱਟ ਦੇ ਵਿੱਚ ਇੱਕ ਐਲੀਮੈਂਟ ਦਾ ਵਰਕ ਕਰ ਰਿਹਾ ਬਟ B ਦੇ ਵਿੱਚ ਇਹ ਇੱਕ ਖੁਦ ਸੈੱਟ ਦਾ ਵਰਕ ਕਰ ਰਿਹਾ, ਮੀਨਸ ਸਬਸੈਟ ਦਾ ਵਰਕ ਕਰ ਰਿਹਾ। ਕਹਿ ਲਓ ਕਿ B ਦੇ ਵਿੱਚ ਖੁਦ ਇਹ ਇੱਕ ਸੈੱਟ ਬਣਿਆ ਹੋਇਆ, ਠੀਕ ਹੈ, ਐਂਡ B ਦਾ ਇਹ ਸਬਸੈਟ ਬਣਿਆ ਹੋਇਆ। ਸੋ ਇਹ ਦੋਨੋਂ ਇਕੁਅਲ ਨਹੀਂ ਹੈਗੇ। ਫਿਫਥ ਪੁਆਇੰਟ ਦ ਸੈਟਸ A ਐਂਡ B ਆਰ ਇਕੁਅਲ। ਸੋ ਇਹਨਾਂ ਦੇ ਅਸੀਂ ਜਦੋਂ ਸਿੰਗਲ ਵਾਲੇ ਵਰਡ ਦੇਖੇ ਤਾਂ ਇਕੁਅਲ ਆ ਰਹੇ ਸੀ, ਟਰੂ ਹੈ। ਐਂਡ ਸਿਕਸ ਪਾਰਟ ਹੈ ਸਾਡੇ ਕੋਲ ਫॉर ਐਨੀ ਟੂ ਸੈਟਸ A ਐਂਡ B ਆਈਦਰ A ਇਜ਼ ਕੰਟੇਨਡ ਔਰ ਇਕੁਅਲ ਟੂ B ਔਰ B ਇਜ਼ ਕੰਟੇਨਡ ਇਨ A ਔਰ ਇਕੁਅਲ ਟੂ A। ਸੋ ਇਹ ਫਾਲਸ ਹੈ ਜੀ। ਇਸ ਦਾ ਰੀਜ਼ਨ ਹੈ ਕਿਉਂਕਿ ਕਹਿੰਦੇ ਇਫ A ਐਂਡ B ਆਰ ਡਿਸਜੁਆਇੰਟ ਸੈੱਟ। ਡਿਸਜੁਆਇੰਟ ਸੈੱਟ ਉਹ ਹੁੰਦੇ ਜਿਨ੍ਹਾਂ ਦੇ ਵਿੱਚ ਕੋਈ ਵੀ ਕਾਮਨ ਐਲੀਮੈਂਟ ਨਹੀਂ ਹੁੰਦਾ। ਦੈਨ ਨੀਦਰ A ਕੰਟੇਨਡ ਇਨ B ਔਰ ਇਕੁਅਲ ਨੌਰ B ਕੰਟੇਨਡ ਇਨ A ਇਕੁਅਲ। ਜੇ ਇਹਨਾਂ ਦੇ ਵਿੱਚ ਕੁਛ ਕਾਮਨ ਐਲੀਮੈਂਟ ਹੀ ਨਾ ਹੋਏਗਾ ਤਾਂ ਇਹ ਇਕੁਅਲ ਕਦੇ ਵੀ ਨਹੀਂ ਹੋ ਸਕਦੇ। ਸੋ ਇਹ ਫਾਲਸ ਹੋਏਗਾ। ਲਾਸਟ ਇਜ਼ ਐਵਰੀ ਸੈੱਟ ਹੈਜ਼ ਅ ਪ੍ਰੋਪਰ ਸਬਸੈਟ। ਇਹ ਵੀ ਫਾਲਸ ਹੈ ਜੀ ਬਿਕੋਜ਼ ਫਾਈ ਹੈਜ਼ ਨੋ ਪ੍ਰੋਪਰ ਸਬਸੈਟ। ਨਾਓ ਸਾਡੀ ਪ੍ਰੋਪਰ ਸਬਸੈਟ ਦੀ ਡੈਫੀਨੇਸ਼ਨ ਕਰ ਰਹੇ ਹਾਂ। ਇਫ A ਕੰਟੇਨਡ ਇਨ B ਐਂਡ A ਨਾਟ ਇਕੁਅਲ ਟੂ B। A B ਦੇ ਵਿੱਚ ਕੰਟੇਨ ਤਾਂ ਕਰ ਰਿਹਾ ਹੋਵੇ ਬਟ ਉਸਦੇ ਇਕੁਅਲ ਨਾ ਹੋਵੇ। ਕਹਿਣ ਦਾ ਮਤਲਬ ਕਿ ਦੋਨੋਂ ਦੇ ਐਲੀਮੈਂਟਸ B ਦੇ ਐਲੀਮੈਂਟ A ਨਾਲੋਂ ਥੋੜ੍ਹੇ ਜ਼ਿਆਦਾ ਹੀ ਹੋਣਗੇ ਤਾਂ ਹੀ ਇਕੁਅਲ ਨਹੀਂ ਹੋਣਗੇ। ਸੋ ਦੈਨ ਅਸੀਂ ਕਹਿ ਸਕਦੇ ਹਾਂ ਕਿ A ਜੋ ਹੈ ਪ੍ਰੋਪਰ ਸਬਸੈਟ ਹੈ B ਦਾ। ਬਿਕੋਜ਼ ਬਾਈ ਡੈਫੀਨੇਸ਼ਨ ਇਹਨਾਂ ਨੇ ਸਾਨੂੰ ਦੱਸਿਆ ਹੋਇਆ ਕਿ ਜੋ A ਹੁੰਦਾ A ਸਬਸੈਟ ਆਫ A ਐਂਡ ਫਾਈ ਸਬਸੈਟ ਆਫ A ਇਹ ਇੰਪਰੋਪਰ ਸਬਸੈਟ ਹੁੰਦੇ ਆ। Improper subset means
इफ़ अ सबसेट इज़ नॉट प्रॉपर इट इज़ कॉल्ड इम्प्रॉपर सबसेट। प्रॉपर सबसेट की डेफिनेशन ਅਸੀਂ कर चुके हैं। जे कोई सैट प्रॉपर नहीं हैगा मीनस कि ए एंड बी इक्वल हो रहे ने दैन वो साढ़े कोल इम्प्रॉपर सबसेट बन गए। सो बाय डेफिनेशन ਅਸੀਂ ये याद रखना है कि फाई है जो इम्प्रॉपर सबसेट आउंदा है एंड ये प्रॉपर सबसेट नहीं हुंदा। थर्ड सम है लैट ए इज़ इक्वल टू साढ़े कोल एक सैट दिता होया ऑफ सबसैट्स का एक सैट बनाया होया डिटरमाइन करने असी कहते फाई बिलोंग्स टू ए फाई बिलोंग कर रहा है इनू ये फाल्स है बिकॉज फाई डजनट बिलोंग्स टू ए। हम तुसीं याद रखना है बिलोंग्स का मतलब है कि इत्थे लिखिया होना चाहिए वो एलीमेंट इत्थे एग्जिस्ट होना चाहिए। ठीक है जी उसनों असीं बिलोंग की कैटेगरी में रखांगे। नैक्सट कह रहे फाई कंटेन्ड इन ए ट्रू है बिकॉज फाई सबसैट हुंदा हरेक सैट का ये असीं पढ़ के आए सी फाई सबसैट ऑफ एवरी सैट। सो इत्थे बिलोंग्स टू है जो उसकी कैटेगरी होएगी कि इत्थे राइट किया होवे एंड कंटेन की कैटेगरी होवे कि राइट ना किया होवे बट फिर भी वो इसका सबसैट हुंदा ही हुंदा है। सो इत्थे लिखांगे फाई सबसैट ऑफ एवरी सैट सो फाई कंटेन इन ए। सो इस इन्हां दोनों का तुसीं डिफरेंस दिमाग में रखना है बिलोंग्स टू द एंड कंटेन द। थर्ड इज़ वन बिलोंग्स टू ए वन एलीमेंट है जो सिंगल तौर पर इत्थे किते भी नहीं लिखा होया इसका सबसैट दे विच जरूर लिखा होया बट सिंगल एलीमेंट वन नहीं लिखा होया सो ये भी फाल्स होया बिकॉज वन ए नूं बिलोंग नहीं कर रहा। 1 2 3 है जो एक सबसैट है एक सबसैट है कह रहे ए दा। ठीक है जी तो ये फाल्स हो गया बिकॉज जो 1 2 3 एलीमेंट्स ने सिंगल तौर पर साढ़े कोल एलीमेंट्स फॉर्म इस बिलोंग नहीं कर रहे मीनस कल्ले कल्ले किते भी राइट नहीं किए हुए। इसनूं मोर डिटेल में तुसीं नैक्सट वाले पॉइंट्स करो पहला 6 7 8 जो 6 7 8 आ कहते ए नूं बिलोंग कर रहा है ये ट्रू आ क्योंकि 6 7 8 है एंड इसके जो करली ब्रैकेट दे विच क्लोज किया होया। ठीक है जी सो ये दे विच बिलोंग कर रहा मीनस उस दे विच लिखिया होया सो इसलिए इसका एक एलीमेंट का वर्क कर रहा ए सैट दे विच ये सो इसलिए ट्रू है। एंड लास्ट पार्ट है 4 एंड 5 देखो इस दे विच साडे कोल डबल करली ब्रेसिस दित्तियां होईयां मीनस सैट के अंदर एक होर सैट दिता होया ये कहते कंटेन कर रहा है ये ट्रू है। ठीक है जी क्योंकि 4 5 बिलोंग कर रहा है इसनूं सो बिलोंग कंटेन करने की अपने को इत्थे कह लो कंडीशन है कि वो सैट इंडिविजुअली उस दे विच बिलोंग करना चाहिए उस सैट दे विच जे बिलोंग करेगा तो ही कंटेन करेगा। नैक्सट असी राइट डाउन ऑल द सबसैट्स मीनस असी इसके सबसैट्स लिख के दिखाने आ। 1 है जी साढ़े कोल 1 का सबसैट लिखांगे एक तो फाई लिखांगे बिकॉज असी पढ़ चुके हैं कि फाई इज़ सबसैट ऑफ एवरी सैट एंड एक खुद 1 होएगा बिकॉज जो लिख असी रीड किया कि ए सबसैट ऑफ ए एक अपने आप का खुद सबसैट होएगा। नैक्सट साढ़े कोल 1 एंड 1 एक सिंगल दिता होया एक ब्रैकेट क्लोज दिता होया देखो एक लिखांगे फाई इसनों एक सिंगल ब्रैकेट लिखांगे जो सैकेंड वाला है इसनों डबल ब्रैकेट आएगा बिकॉज एक ब्रैकेट इसकी खुद ही होएगी एंड एक दूसरी अपनी सबसैट वाली एंड थर्ड टाइम असी लिखांगे इन्हां दोनों नूं। नैक्सट पावर सैट लिखना है लैट इस दा नेम ए दिता सो पावर सैट की बनेगा एक तो फाई बनेगा एंड एक खुद बन जाएगा सो इस फॉर्म दे विच ही तुसीं इसनूं लिखना है। नैक्सट सेम 1 2 3 है इसका भी तुसीं पावर सैट बनाओगे फाई 1 आएगा 2 आएगा 3 आएगा दैन 1 2 1 3 2 3 एंड 1 2 3 सो इसनूं लिखना इसे फॉर्म दे विच जो सबसैट लिखते हैं या पावर सैट लिखते हैं तो करली ब्रैकेट जो बाहरलियां होंदियां उसके अंदर भी इसनूं सिंगल एलीमेंट नूं भी करली ब्रैकेट दे विच लिखिया जांदा मीन सबसैट की फॉर्म दे विच लिखिया जांदा। नैक्सट एक्सरसाइज 1D उस दे विच है जी यूनीअन एंड इंटरसैक्शन। यूनीअन दो सैट्स की यूनीअन का मतलब हुंदा साडे कोल कि दोनों सैट्स के एलीमेंट्स नूं इकट्ठा करके लिखना। लैट साडे कोल ए हैगा साडे कोल ए ई आई ओ यू एस दे एलीमेंट है बी सैट हैगा ए बी सी दैन ए यूनीअन बी किस तरह लिखांगे असी दोनों के जो कॉमन एलीमेंट है एक टाइम लिख देंगे एंड बाकी सारे एलीमेंट्स नूं इकट्ठा करके लिख देंगे मीनस कॉमन सैपरेट करके यूनीअन नूं असी कैपिटल यू दे नाल शो करते हैं। इंटरसैक्शन का मीनिंग देखो इंटरसैक्शन मीनस टू सैट्स के कॉमन एलीमेंट्स नूं कढ के लिखना इंटरसैक्शन नूं असी इस साइन दे नाल शो करते हैं। सो दो सैट होणगे साडे कोल जिस तरह ए हैगा 2 4 6 8 एंड बी इज़ 1 2 3 4 इन्हां दे कॉमन एलीमेंट देखो 2 एंड 4 आ रहे हैं सो दोनों की इंटरसैक्शन की होएगी 2 एंड 4। नैक्सट इज़ डिफरेंस ऑफ टू सैट्स दो सैट्स का डिफरेंस नूं किस तरह शो करते हैं असी लैट साडे कोल ए माइनस बी असी फाइंड करना है सो तुसीं ए सैट के वो एलीमेंट लिखोगे जो बी दे विच नहीं हैगे जे तुसीं बी माइनस ए फाइंड करना तो तुसीं बी सैट के वो एलीमेंट लिखोगे जो ए दे विच नहीं हैगे। डिसजॉइंट सैट टू सैट्स जिन्हां दा कोई भी कॉमन एलीमेंट ना होवे उन्हां नूं असीं बोलदे हां डिसजॉइंट सैट बोलदे हां मीनस इस बोलांगे ए इंटरसैक्शन बी जिन्हां दी फाई होवे। ठीक है जी उसनूं असीं बोलदे हां डिसजॉइंट सैट।
ਕੰਪਲੀਮੈਂਟ ਆਫ ਸੈੱਟ ਕੀ ਹੁੰਦਾ, ਯੂਨੀਵਰਸਲ ਸੈੱਟ ਦੇ ਵਿੱਚੋਂ ਅਸੀਂ ਜੋ ਸਾਨੂੰ ਗਿਵਨ ਸੈੱਟ ਹੈ ਉਸ ਦੇ ਐਲੀਮੈਂਟਸ ਲਿਖਣੇ ਹੁੰਦੇ ਆ, ਬਾਕੀ ਐਲੀਮੈਂਟਸ ਨੂੰ ਛੱਡ ਕੇ। ਦੇਖੋ ਯੂ ਸਾਡੇ ਕੋਲ ਹੈ, ਯੂਨੀਵਰਸਲ ਸੈੱਟ ਹੈ, ਮੀਨਸ 1 ਤੋਂ 10 ਤੱਕ ਐਲੀਮੈਂਟਸ ਨਹੀਂ। ਏ ਸੈੱਟ ਦਿੱਤਾ 2 4 6 8 ਐਂਡ 10। ਸੋ ਇਸ ਦਾ ਕੰਪਲੀਮੈਂਟ, ਏ ਦਾ ਕੰਪਲੀਮੈਂਟ ਕੀ ਬਣੇਗਾ, ਏ ਦਾ ਕੰਪਲੀਮੈਂਟ ਤੁਸੀਂ ਇਸ ਸਾਈਨ ਦੇ ਨਾਲ ਲਿਖ ਸਕਦੇ ਹੋ, ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਤਾਂ ਕੰਪਲੀਮੈਂਟ ਬਣੇਗਾ ਏ ਦੇ ਐਲੀਮੈਂਟਸ ਨੂੰ ਛੱਡ ਕੇ ਬਾਕੀ ਜੋ ਯੂ ਦੇ ਵਿੱਚ ਐਲੀਮੈਂਟਸ ਰਹਿ ਗਏ ਉਹ ਵਾਲੇ। ਸੋ 1 3 5 ਐਂਡ 7 ਐਂਡ 9 ਇਸ ਦਾ ਕੰਪਲੀਮੈਂਟ ਬਣੇਗਾ ਏ ਦਾ।